ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜਿਹ ਨਾਮ ਉਚਾਰਤ ਦੁਖ ਮਿਟੇ, ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। ਕ੍ਰਿਤ ਪੂਰਬ ਪਾਪ ਮਿਟੇ ਸਭ ਹੀ, ਹਰਿ ਕੇ ਦਲ ਹੋਏ ਸਭੈ ਖਿਨ ਨਾਸੀ। ਹਿਤ ਮਾਨਵ ਦੇਹ ਧਰੀ ਜਗ ਮੈਂ, ਪਰ ਪੂਰਨ ਰੂਪ ਸਦਾ ਅਬਿਨਾਸੀ। ਗੁਰ ਗੋਬਿੰਦ ਕੇ ਪਦ ਪੰਕਜ ਸੇ, ਸੋ ਭਜੋ ਉਰ ਮੈਂ ਨਿਤ ਜੋਤ ਪ੍ਰਕਾਸੀ। ਜੇ ਨਾਮ ਉਚਾਰਤ ਦੁਖ ਮਿਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਪਾਵਰ ਸਮ੍ਰਿਤ ਗ੍ਰੰਥ ਦੀ ਕਥਾ ਵਿਚਾਰ ਵਿਦਿਆਰਥੀ ਰੂਪ ਵਿੱਚ ਹੀ, ਸੰਗਤੀ ਰੂਪ ਵਿੱਚ ਹੀ ਪੜ੍ਹ ਸੁਣ ਰਹੇ ਹਾਂ। ਕੱਲ੍ਹ ਆਪਾਂ ਪਾਵਰ ਸਮ੍ਰਿਤ ਗ੍ਰੰਥ ਦਾ ਨਾਮ ਸ਼੍ਰੀ ਰਾਮ ਚੰਦਰ ਭਗਵਾਨ ਜੀ ਦਾ ਮੰਗਲ, ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਦੀ ਕਥਾ, ਬੀਜ ਮੰਤਰ ਮੰਗਲ ਦੀ ਕਥਾ ਵਿਚਾਰੀ ਸੀ। ਅੱਜ ਜੋ ਪੰਡਿਤ ਗੁਲਾਬ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੰਗਲ ਕੀਤਾ ਹੈ, ਉਹਨਾਂ ਮੰਗਲਾਂ ਦੀ ਅਤੇ ਅਗਲੇ ਛੰਦਾਂ ਦੀ ਵਿਚਾਰ ਕਰਾਂਗੇ। ਸੋ ਆਓ ਆਪਾਂ ਵਿਚਾਰ ਸਰਵਣ ਕਰੀਏ। ਸਵਈਆ ਜਿਹ ਨਾਮ ਉਚਾਰਤ ਦੁਖ ਮਿਟੇ, ਜਿਹ ਕਹੀਏ ਜਿਸ ਤੇ ਜਿਸ ਨਾਮ, ਜਿਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਉਚਾਰਤ ਕਹੀਏ, ਉਚਾਰਨ ਕਰਦਿਆਂ ਹੀ ਸਾਰੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਦੁੱਖ ਕਸ਼ਟ, ਦੁੱਖ ਔਗਣ ਗੁਨਾਹ ਪਾਪ ਮਿਟ ਜਾਂਦੇ ਹਨ। ਕਿਉਂ ਮਿਟ ਜਾਂਦੇ ਆ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਪਰਮਾਤਮਾ ਦਾ ਨਾਮ ਹੈ, ਗੋਬਿੰਦ ਇੱਕ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਵੀ ਗੁਰੂ ਗੋਬਿੰਦ ਸਿੰਘ ਹੈ। ਅਤੇ ਗੋ ਦਾ ਅਰਥ ਹੁੰਦਾ ਵੇਦ, ਬਿੰਦ ਦਾ ਅਰਥ ਹੁੰਦਾ ਜਾਣਨਾ, ਵੇਦਾਂ ਕਰਕੇ ਜੋ ਜਾਣਨੇ ਯੋਗ ਹੈ। ਅਤੇ ਸਿੰਘ ਦਾ ਅਰਥ ਹੁੰਦਾ ਸਾਰ ਰੂਪ, ਸ਼੍ਰੋਮਣੀ ਪਰਮਾਤਮਾ। ਇਸ ਕਰਕੇ ਪਰਮਾਤਮਾ ਦਾ ਹੀ ਇਹ ਨਾਮ ਹੈ ਗੋਬਿੰਦ ਸਿੰਘ। ਗੋ ਨਾਮ ਵੇਦਾਂ ਦਾ, ਬਿੰਦ ਨਾਮ ਜਾਣਨੇ ਦਾ, ਸਿੰਘ ਨਾਮ ਸਾਰ ਦਾ। ਜੋ ਵੇਦਾਂ ਕਰਕੇ ਜਾਣਨੇ ਯੋਗ ਸਾਰ ਰੂਪ ਸ਼੍ਰੋਮਣੀ ਪਰਮਾਤਮਾ, ਉਹ ਹੈ ਗੁਰੂ ਗੋਬਿੰਦ ਸਿੰਘ। ਅਤੇ ਪਰਮਾਤਮਾ ਦਾ ਨਾਮ ਜਪਿਆਂ ਦੁੱਖ ਮਿਟ ਜਾਂਦੇ। ਇਸੇ ਪ੍ਰਕਾਰ ਹੀ ਕਵੀ ਜੀ ਵੀ ਕਹਿ ਰਹੇ ਹੈ, ਜਿਹ ਨਾਮ ਉਚਾਰਤ ਦੁਖ ਮਿਟੇ। ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਉਚਾਰਦਿਆਂ ਹੀ ਸਾਰੇ ਜਨਮਾਂ ਜਨਮਾਂਤਰਾਂ ਦੇ ਦੁੱਖ ਔਗਣ ਗੁਨਾਹ ਦੋਸ਼ ਦੁੱਖ ਕਸ਼ਟ ਮਿਟ ਜਾਂਦੇ ਹਨ। ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। ਅਤੇ ਹੋਰ ਫਲ ਕੀ ਮਿਲਦਾ ਹੈ? ਸੁੱਖਾਂ ਦੀ ਜਿਹੜੀ ਸੰਪਦ ਵਿਭੂਤੀ ਹੈ, ਉਹਦਾ ਸਦਾ ਕਹੀਏ ਹਮੇਸ਼ਾ ਹੀ ਘਰ ਦੇ ਵਿੱਚ, ਪ੍ਰਤੱਖ ਘਰ ਦੇ ਵਿੱਚ ਹੀ ਨਿਵਾਸ ਹੋ ਜਾਂਦਾ ਹੈ। ਜਾਂ ਸੁੱਖ ਦਾ ਹਮੇਸ਼ਾ ਹੀ ਘਰ ਵਿੱਚ ਨਿਵਾਸ ਹੋ ਜਾਂਦਾ। ਸੰਪਤ ਕਹੀਏ ਧਨ ਵਿਭੂਤੀ ਦਾ ਵਾਸੀ ਕਹੀਏ ਨਿਵਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਦੂਸਰਾ ਅਰਥ ਵੀ ਲੱਗਦਾ ਹੈ, ਜਿਹ ਨਾਮ ਉਚਾਰਤ ਦੁਖ ਮਿਟੇ। ਦੁੱਖ ਦਾ ਅਰਥ ਹੁੰਦਾ ਹੈ ਪਾਪ।
ਭਾਵ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਉਚਾਰਤ ਕਹੀਏ, ਲੈਂਦਿਆਂ ਉਚਾਰਨ ਕਰਦਿਆਂ ਹੀ ਦੁੱਖ ਕਹੀਏ, ਸਾਰੇ ਪਾਪ ਜਿਹੜੇ ਮਿਟੇ ਕਹੀਏ ਮਿਟ ਜਾਂਦੇ ਹਨ। ਅਤੇ ਜਦੋਂ ਪਾਪ ਦੂਰ ਹੋ ਗਏ ਅਤੇ ਪਿੱਛੋਂ ਹੁੰਦੀ ਹੈ ਅੰਤःਕਰਨ ਦੀ ਸ਼ੁੱਧੀ, ਮਨ ਦੀ ਸ਼ੁੱਧੀ, ਬੁੱਧ ਦੀ ਸ਼ੁੱਧੀ, ਚਿੱਤ ਦੀ ਸ਼ੁੱਧੀ। ਅੰਤःਕਰਨ ਦੀ ਜਦੋਂ ਸ਼ੁੱਧੀ ਹੋ ਗਈ ਫਿਰ ਹੁੰਦੀ ਗਿਆਨ ਦੀ ਪ੍ਰਾਪਤੀ। ਅਤੇ ਗਿਆਨ ਦੁਆਰਾ ਜਦੋਂ ਗਿਆਨ ਪ੍ਰਾਪਤ ਹੋ ਗਿਆ ਫਿਰ ਜੰਮਣ ਮਨ ਰੂਪੀ ਦੁੱਖ ਜਿਹੜੇ ਮਿਟ ਜਾਂਦੇ ਹਨ। ਗਿਆਨ ਕਈ ਪ੍ਰਕਾਰ ਦਾ, ਅਸਲ ਗਿਆਨ ਹੈ ਬ੍ਰਹਮ ਗਿਆਨ। ਇਹ ਬ੍ਰਹਮ ਗਿਆਨ ਅੰਤःਕਰਨ ਦੀ ਸ਼ੁੱਧੀ ਹੋਣ ਤੋਂ ਬਾਅਦ ਹੀ ਪ੍ਰਾਪਤ ਹੁੰਦਾ ਹੈ। ਵਿਦਾਂਤ ਵਿੱਚ ਇਹਦਾ ਬੜਾ ਸਾਰ ਸਿਧਾਂਤ ਦੱਸਿਆ ਹੈ। ਫਿਰ ਦੁੱਖ ਮਿਟ ਜਾਂਦੇ ਹੈ ਜੰਮਣ ਮਰਨ ਰੂਪੀ। ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। ਅਤੇ ਸਾਰੇ ਜਿਹੜੇ ਸੁੱਖ ਸੰਪਤ ਕਹੀਏ, ਧਨ ਵਿਭੂਤੀ, ਜ਼ਮੀਨ ਜਾਇਦਾਦ, ਇਹ ਸਾਰੀ ਸੰਪਤ ਹੁੰਦੀ ਹੈ ਨਾ, ਧੀਆਂ ਪੋਤੀ ਸੰਪਤੀ ਹੈ। ਹੋਏ ਸਦਾ ਗ੍ਰਹਿ ਵਾਸੀ, ਹਮੇਸ਼ਾ ਇਹ ਘਰ ਦੇ ਵਿੱਚ ਇਹਦਾ ਵਾਸੀ ਕਈ ਨਿਵਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ ਦਾ ਅਰਥ ਕਿ ਜਿਹੜੀ ਆਤਮਾ ਦਾ ਸੁੱਖ ਹੈ ਇਹ ਬੜੀ ਵੱਡੀ ਸੰਪਤੀ ਹੈ, ਵਿਭੂਤੀ ਹੈ। ਆਤਮਾ ਦੇ ਸੁੱਖ ਰੂਪੀ ਸੰਪਤਾ ਦਾ ਸਦਾ ਹੀ ਅਤੇ ਘਰ ਕੀ ਹੈ ਹਿਰਦਾ। ਹਿਰਦੇ ਰੂਪੀ ਘਰ ਵਿੱਚ ਵਾਸੀ ਨਿਵਾਸ ਹੋ ਜਾਂਦਾ ਹੈ। ਕਿਰਤ ਪੂਰਬ ਪਾਪ ਮਿਟੇ ਸਭ ਹੀ। ਫਿਰ ਹੋਰ ਕੀ ਫਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਧਿਆਇਆ ਕਿ ਪੂਰਬਲੇ ਪਿਛਲੇ ਜਨਮ ਜਿਹੜੇ ਉਹਨਾਂ ਦੇ ਕਿਰਤ ਕਹੀਏ ਕੀਤੇ ਹੋਏ ਜਿਹੜੇ ਪਾਪ ਹਨ ਸਭ ਉਹ ਸਾਰੇ ਹੀ ਮਿਟੇ ਕਹੀਏ ਨਾਸ ਹੋ ਜਾਂਦੇ ਹਨ। ਅਰ ਕੇ ਦਲ ਹੋਏ ਸਭੈ ਖਿਨ ਨਾਸੀ। ਅਤੇ ਅਰ ਕੇ ਦਲ, ਅਰ ਵੈਰੀਆਂ ਦੇ ਜਿਹੜੇ ਦਲ ਫੌਜਾਂ ਹਨ, ਸੈਨਾ ਹੈ ਸਭੇ, ਉਹ ਸਾਰੀਆਂ ਹੀ ਖਿਨ ਨਾਸੀ, ਇੱਕ ਖਿਨ ਵਿੱਚ ਹੀ ਨਾਸ ਹੋ ਜਾਂਦੀਆਂ ਹਨ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਲੀ ਹਨ। ਹਿਤ ਮਾਨਵ ਦੇਹ ਧਰੀ ਜਗ ਮੈਂ। ਐਸੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਉਹਨਾਂ ਨੇ ਹਿਤ ਮਾਨਵ ਕਹੀਏ ਮਨੁੱਖਾਂ ਦੇ ਹਿੱਤ ਕਹੀਏ ਭਲੇ ਵਾਸਤੇ, ਭਲੇ ਲਈ ਇਸ ਸੰਸਾਰ ਦੇ ਵਿੱਚ, ਮੈਂ ਦਾ ਅਰਥ ਵਿੱਚ, ਦੇਹ ਧਰੀ ਧਾਰਨਾ ਕੀਤੀ ਹੈ। ਪਰਿਪੂਰਨ ਰੂਪ ਸਦਾ ਅਬਿਨਾਸੀ। ਪਰੰਤੂ ਫਿਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਨੁੱਖ ਨਹੀਂ ਹੈ, ਪਰਿਪੂਰਨ ਹਨ। ਫਿਰ ਸਦਾ ਸਦੀਵ ਕਾਲ ਸਤ ਚੇਤਨ ਆਨੰਦ ਸਰੂਪ ਹਨ। ਅਬਿਨਾਸੀ, ਨਾਸ ਤੋਂ ਰਹਿਤ ਹਨ। ਸਤਿਗੁਰ ਮੇਰਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਹਾ ਸਮਾਏ। ਭਾਵ ਅਬਿਨਾਸੀ ਜੀਵਨ ਕੋ ਦਾਤਾ। ਅਬਿਨਾਸੀ ਕੌਣ? ਪਰਮੇਸ਼ਰ ਹੀ ਹੈ। ਪਰਿਪੂਰਨ ਵਿਆਪਕ ਕੌਣ? ਉਹ ਪਰਮੇਸ਼ਰ ਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਪਰਮੇਸ਼ਰ ਦਾ ਰੂਪ, ਪਰਿਪੂਰਨ, ਸਦਾ ਸਦੀਵ, ਸਤ ਚੇਤਨ ਆਨੰਦ ਸਰੂਪ, ਸਤ ਸਰੂਪ, ਅਬਿਨਾਸੀ, ਨਾਸ ਤੋਂ ਰਹਿਤ, ਭਾਵ ਬ੍ਰਹਮ ਦਾ ਹੀ ਸਰੂਪ ਹਨ। ਉਸ ਜਾਂ ਇਵੇਂ ਵੀ ਅਰਥ ਲੱਗਦਾ ਪਰਿਪੂਰਨ ਰੂਪ ਸਦਾ ਬਿਨਾਸੀ, ਜੋ ਹਮੇਸ਼ਾ ਬਿਨਾਸੀ ਰੂਪ ਹੈ, ਪਰਿਪੂਰਨ। ਉਹ ਕੌਣ ਹੈ? ਪਰਮਾਤਮਾ। ਉਸ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਧਾਰਨ ਕੀਤਾ ਹੈ। ਗੁਰ ਗੋਬਿੰਦ ਕੇ ਪਦ ਪੰਕਜ ਸੇ। ਐਸੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਕਿ ਕਹੀਏ ਉਹਨਾਂ ਦੇ ਜਿਹੜੇ ਪਦ ਪੰਕਜ, ਚਰਨ ਕਮਲ ਹਨ। ਚਰਨ ਕਮਲ, ਪੰਕਜ ਕਹੀਏ, ਪੰਕ ਨਾਮ ਚਿੱਕੜ ਦਾ ਹੁੰਦਾ, ਨਾਮ ਜਨਮ ਦਾ ਹੁੰਦਾ। ਜੋ ਚਿੱਕੜ ਤੋਂ ਜਨਮਿਆ ਉਹ ਕਹੀਏ ਕਮਲ। ਅਤੇ ਜਿਹੜੇ ਚਰਨ ਕਮਲ
ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹੁਤ ਉਜਲ ਹੈ, ਨਿਰਲੇਪ ਹਨ, ਕਮਲ ਫੁੱਲ ਵਾਂਗ ਲਾਲ ਸੁਰਖ ਹਨ। ਐਸੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋ ਭਜੋ ਉਰਬੈ ਨਿਤ ਜੋਤ ਪਰਗਾਸੀ। ਉਹਨਾਂ ਚਰਨ ਕਮਲਾਂ ਨੂੰ ਕਵੀ ਜੀ ਕਹਿੰਦੇ ਮੈਂ ਸਦਾ ਨਿਤ ਕਹੀਏ ਹਮੇਸ਼ਾ ਆਪਣੇ ਹਿਰਦੇ ਵਿੱਚ ਸਿਮਰਨ, ਭਜੋ ਕਹੀਏ ਸਿਮਰਨ ਕਰਦਾ ਹਾਂ। ਜੋਤ ਪ੍ਰਕਾਸ਼ੀ, ਜੋ ਸੂਰਜ ਵਾਂਗ, ਜੋਤ ਕਹੀਏ ਜੋ ਸੂਰਜ ਵਾਂਗ ਪ੍ਰਕਾਸ਼ਵਾਨ, ਪ੍ਰਕਾਸ਼ੀ ਪ੍ਰਕਾਸ਼ਵਾਨ ਹਨ। ਜਾਂ ਜੋਤ ਦਾ ਅਰਥ ਹੈ ਗਿਆਨ ਦੀ ਰੋਸ਼ਨੀ ਦੇ ਕੇ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰਦੇ ਹਨ। ਜੋਤ ਪ੍ਰਕਾਸ਼ੀ ਭਾਵ ਜੋਤ ਕਹੀਏ ਗਿਆਨ, ਪ੍ਰਕਾਸ਼ੀ ਕਹੀਏ ਰੋਸ਼ਨੀ, ਜੋ ਗਿਆਨ ਦੀ ਰੋਸ਼ਨੀ ਦੇ ਕੇ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰਦੇ ਹਨ। ਐਸੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਜਾਂ ਗੁਰ ਗੋਬਿੰਦ ਕੇ ਪਦ ਪੰਕਜ ਸੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਹਨ ਉਹ ਪੰਕਜ ਸੇ, ਪੰਕਜ ਕਹੀਏ ਕਮਲ ਫੁੱਲ ਵਰਗੇ ਹੈ। ਕਿਵੇਂ? ਜਿਵੇਂ ਕਮਲ ਪਾਣੀ ਤੋਂ ਨਿਰਲੇਪ ਹੈ, ਤਿਵੇਂ ਗੁਰੂ ਮਹਾਰਾਜ ਜੀ ਦੇ ਚਰਨ ਮਾਇਆ ਤੋਂ ਨਿਰਲੇਪ ਹੈ। ਜਿਵੇਂ ਕਮਲ ਫੁੱਲ ਪਾਣੀ ਵਿੱਚ ਰਹਿੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਪਦਾਰਥਾਂ ਵਿੱਚ ਰਹਿੰਦੇ ਹੋਏ ਅਤੇ ਉਹਨਾਂ ਪਦਾਰਥਾਂ ਦੇ ਮੋਹ ਤੋਂ ਨਿਰਲੇਪ ਹਨ। ਜਿਵੇਂ ਕਮਲ ਵਿੱਚੋਂ ਸੁਗੰਧੀ ਆਉਂਦੀ ਹੈ, ਤਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਭਗਤੀ ਦੀਆਂ ਸੁਗੰਧੀਆਂ ਆ ਰਹੀਆਂ ਹਨ। ਇਸ ਤਰ੍ਹਾਂ ਇਹ ਤਾਂ ਸਮਾਨਤਾ ਹੋ ਗਈ ਗੁਰੂ ਦੇ ਚਰਨਾਂ ਦੀ। ਗੁਰ ਗੋਬਿੰਦ ਕੇ, ਗੁਰੂ ਗੋਬਿੰਦ ਸਿੰਘ ਦੇ ਪਾਦ ਪੰਕਜ ਸੇ, ਪਾਦ ਕਹੀਏ ਜਿਹੜੇ ਚਰਨ ਹੈ, ਪੰਕਜ ਕਹੀਏ ਕਮਲ ਫੁੱਲ ਸੇ ਕਹੀਏ ਵਰਗੇ ਹਨ। ਇਹ ਤਾਂ ਸਮਾਨਤਾ ਹੈ ਨਾ। ਪਰ ਭਾਈ ਸੰਤੋਖ ਸਿੰਘ ਜੀ ਨੇ ਤਾਂ ਬੜਾ ਵਿਸਥਾਰ ਕੀਤਾ ਹੈ। ਜਦੋਂ ਗੁਰੂ ਨਾਨਕ ਪ੍ਰਕਾਸ਼ ਦੇ ਮੰਗਲ ਕੀਤੇ ਜਾਂਦੇ ਹਨ, ਉੱਥੇ ਤੁਸੀਂ ਪੜ੍ਹ ਕੇ ਵੇਖਿਓ, ਗੁਰੂ ਦੇ ਚਰਨਾਂ 'ਚ ਇਹ ਵਿਸ਼ੇਸ਼ਤਾ ਆਈ ਹੈ ਕਿ ਕਮਲ ਫੁੱਲ 'ਤੇ ਵੇਖੋ ਰਾਤ ਜਦੋਂ ਸ਼ਾਮ ਪੈ ਗਈ ਅਤੇ ਕਮਲ ਦਾ ਫੁੱਲ ਮੂੰਦਿਆ ਜਾਂਦਾ ਹੈ। ਪਰ ਗੁਰੂ ਸਾਹਿਬ ਜੀ ਦੇ ਚਰਨ ਇਸ ਵਡੱਪਣ ਪੁਣਾ ਦੇ ਚਰਨਾਂ 'ਚ ਮਹਾਰਾਜ ਜੀ ਦੇ, ਕਿ ਰਾਤ ਹੋਵੇ ਦਿਨ ਹੋਵੇ ਸਦਾ ਹੀ ਸਿੱਖਾਂ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਪੂਰਨ ਕਰਨ ਨੂੰ ਮਹਾਰਾਜ ਦੇ ਚਰਨ ਚੱਲ ਪੈਂਦੇ ਹੈ। ਭਾਵ ਭਗਤੀ ਦੀਆਂ ਸੁਗੰਧੀਆਂ ਸਦਾ ਹੀ ਬਖਸ਼ਦੇ ਹਨ। ਕੋਈ ਰਾਤ ਧਿਆਨ ਕਰੇ, ਦਿਨੇ ਧਿਆਨ ਕਰੇ ਗੁਰੂ ਕੇ ਚਰਨਾਂ ਦਾ, ਸਦਾ ਹੀ ਹਾਜ਼ਰ ਹੈ ਗੁਰੂ ਸਾਹਿਬ ਜੀ ਦੇ ਚਰਨ। ਜਿਵੇਂ ਗੁਰੂ ਗੋਬਿੰਦ ਕੇ ਪਦ ਪੰਕਜ ਸੇ, ਗੁਰੂ ਗੋਬਿੰਦ ਮਹਾਰਾਜ ਜੀ ਦੇ ਪਦ ਜਿਹੜੇ ਚਰਨ ਹੈ ਉਹ ਕਮਲ ਫੁੱਲ ਵਰਗੇ ਨਹੀਂ ਹਨ, ਭਾਵ ਉਸ ਤੋਂ ਵੀ ਉੱਪਰ ਹਨ। ਇਹ ਅਰਥ ਵਾਸਤੇ ਹੈ। ਸੋ ਭਜੋ ਔਰ ਮੈਂ ਨਿਤ ਜੋਤ ਪ੍ਰਗਾਸੀ, ਪ੍ਰਕਾਸ਼ੀ। ਉਹ ਸੋ ਕਹੀਏ ਉਹ ਜਿਹੜੇ ਐਸੇ ਚਰਨ ਹਨ। ਔਰ ਮੈਂ, ਕਵੀ ਜੀ ਕਹਿੰਦੇ ਹੈ, ਉਹਨਾਂ ਚਰਨਾਂ ਨੂੰ ਮੈਂ ਹਿਰਦੇ ਦੇ ਵਿੱਚ ਸਦਾ ਭਜੋ ਕਹੀਏ ਯਾਦ ਸਿਮਰਨ ਕਰਦਾ ਹਾਂ, ਸਿਮਰਦਾ ਹਾਂ। ਨਿਤ ਜੋਤ ਪ੍ਰਕਾਸ਼ੀ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿਰਗੁਣ ਸਰੂਪ ਵਿੱਚ ਜਿਹੜੀ ਜੋਤ ਹੈ, ਚੇਤਨ ਸੱਤਾ ਸਦਾ ਇਹ ਸਾਰੇ ਜੀਵਾਂ 'ਚ ਪ੍ਰਕਾਸ਼ ਰਹੀ ਹੈ ਹਮੇਸ਼ਾ ਹੀ। ਅਤੇ ਬ੍ਰਹਮ ਗਿਆਨ ਦੀ ਜਿਹੜੀ ਜੋਤ ਹੈ, ਬ੍ਰਹਮ ਗਿਆਨੀਆਂ ਦੇ ਵਿੱਚ ਪ੍ਰਕਾਸ਼ ਰਹੀ ਹੈ ਹਮੇਸ਼ਾ ਹੀ। ਜਾਂ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋਤ ਕਹੀਏ, ਜਿਹੜੇ ਗਿਆਨ ਹੈ ਅਤੇ ਉਹ ਪ੍ਰਕਾਸ਼ੀ ਗਿਆਨ ਦੀ ਜਿਹੜੀ ਰੋਸ਼ਨੀ ਹੈ, ਨਿਤ ਕਹੀਏ ਹਮੇਸ਼ਾ ਪ੍ਰਕਾਸ਼ ਰਹੀ ਹੈ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰਕੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੰਗਲ ਕੀਤਾ ਹੈ। ਬਹੁਤ ਬਹੁਤ ਵਿਸਥਾਰ ਹੋ ਜਾਂਦਾ ਹੈ ਇੱਕ ਇੱਕ ਸਵਈਏ ਦਾ। ਉਹ ਬਾਕੀ
ਜਿੰਨੀ ਗੁਰੂ ਮਹਾਰਾਜ ਕਿਸੇ ਨੂੰ ਵਿਦਵਤਾ ਬਖਸ਼ੇ ਓਨਾ ਹੀ ਉਹਦਾ ਵਿਸਥਾਰ ਕਰ ਸਕਦਾ ਹੈ। ਆਪਾਂ ਇੱਥੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਿਸਾਬ ਦੇ ਨਾਲ ਹੀ ਇਹ ਵਿਸਥਾਰ ਹੋਵੇ, ਕਿਉਂਕਿ ਅੱਗੇ ਗ੍ਰੰਥਾਂ ਵਿੱਚ ਜਾ ਕੇ ਹੋਰ ਬੜਾ ਕੁਝ ਖੁੱਲ੍ਹਦਾ ਹੈ। ਇਸ ਤਰ੍ਹਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਮੰਗਲ ਕਵੀ ਜੀ ਨੇ ਕੀਤਾ, ਅੱਗੇ ਵਿੱਦਿਆ ਦਾਤੀ ਦਾ ਮੰਗਲ ਕਰਦੇ ਹੈ। ਭਾਵੇਂ ਪੰਡਤ ਪਾਸੋਂ ਪੜ੍ਹੇ ਹੈ, ਫਿਰ ਵੀ ਜੋ ਸੰਤ ਮਾਨ ਸਿੰਘ ਜੀ ਮਹਾਰਾਜ ਜਿਸ ਸਮੇਂ ਹੋਏ ਹੈ, ਉਹ ਪਿੱਛੇ ਆਪਾਂ ਉਹਨਾਂ ਦਾ ਜੀਵਨ ਪੜ੍ਹੇ ਹੈ, ਪੰਡਿਤ ਗੁਲਾਬ ਸਿੰਘ ਜੀ ਦਾ। ਉਹਨਾਂ ਨੇ ਆਪਣੇ ਵਿੱਦਿਆ ਗੁਰੂ ਭਾਈ ਮਾਨ ਸਿੰਘ ਨੂੰ ਹੀ ਮੰਨਿਆ ਹੈ। ਉਹਨਾਂ ਬਾਰੇ ਜਿਹੜੇ ਗ੍ਰੰਥ ਉਹਨਾਂ ਦੇ ਸਾਰਿਆਂ ਵਿੱਚ ਪ੍ਰਮਾਣ ਮਿਲਦਾ ਹੈ। ਹੁਣ ਆਪਣੇ ਵਿੱਦਿਆ ਦਾਤੀ ਦਾ ਮੰਗਲ ਕਰਦੇ ਹਨ। ਦੋਹਰਾ ਵਿੱਦਿਆ ਸਾਂਤ ਸੋ ਗਿਆਨ ਸੁਖ, ਦਾਇਕ ਫਲ ਸੋ ਵਿਚਾਰ, ਮਾਨ ਸਿੰਘ ਗੁਰ ਕੇ ਸਦਾ, ਬੰਦੋ ਪਾਦ ਉਦਾਰ। ਵਿੱਦਿਆ ਸਾਂਤ ਸੋ ਗਿਆਨ ਸੁਖ। ਆਪਣੇ ਵਿੱਦਿਆ ਗੁਰੂ ਦਾ ਮੰਗਲ ਕਰਦੇ ਹੋਏ ਕਵੀ ਜੀ ਕਹਿੰਦੇ ਹੈ ਕਿ ਇਹ ਭਾਈ ਜਿਹੜੇ ਮੇਰੇ ਵਿੱਦਿਆ ਗੁਰੂ ਹੈ, ਜਿਨ੍ਹਾਂ ਨੇ ਮੈਨੂੰ ਬ੍ਰਹਮ ਵਿੱਦਿਆ ਆਤਮਿਕ ਸ਼ਾਂਤ ਕਹੀਏ ਸ਼ਾਂਤੀ, ਸੋ ਗਿਆਨ ਕਹੀਏ ਸੋ ਦਾ ਅਰਥ ਸ੍ਰੇਸ਼ਟ, ਗਿਆਨ ਦਾ ਅਰਥ ਆਤਮ ਗਿਆਨ ਜਾਂ ਬ੍ਰਹਮ ਗਿਆਨ, ਅਤੇ ਸੁੱਖ ਆਨੰਦ, ਅਤੇ ਸੋ ਵਿਚਾਰ, ਅਤੇ ਚਾਰ ਜਿਹੜੇ ਸ੍ਰੇਸ਼ਟ ਫਲ ਹੈ। ਸ਼ੁਭ ਦਾ ਅਰਥ ਸ੍ਰੇਸ਼ਟ, ਦਾਇਕ ਫਲ ਚਾਰ, ਅਤੇ ਸ਼ੁਭ ਦਾ ਅਰਥ ਸ੍ਰੇਸ਼ਟ, ਚਾਰ ਦਾ ਅਰਥ ਚਾਰ। ਜਿਹੜੇ ਸ੍ਰੇਸ਼ਟ ਫਲ ਹੈ ਉਹ ਚਾਰ ਸ੍ਰੇਸ਼ਟ ਫਲ ਕਿਹੜੇ ਹੈ? ਧਰਮ, ਅਰਥ, ਕਾਮ, ਮੋਖ। ਇਹ ਚਾਰੇ ਫਲਾਂ ਦੇ ਦੇਣ ਵਾਲੇ ਹਨ, ਕਹਿੰਦੇ ਮੇਰੇ ਗੁਰੂ ਵਿੱਦਿਆ ਗੁਰੂ ਜੀ। ਸਿੱਧਾ ਜਿਹਾ ਅਰਥ ਵਿੱਦਿਆ ਸਾਂਤ ਸੋ ਗਿਆਨ ਸੁਖ, ਦਾਇਕ ਫਲ ਸੋ ਵਿਚਾਰ। ਭਾਵ ਕਹਿੰਦੇ ਮੇਰੇ ਜਿਹੜੇ ਵਿੱਦਿਆ ਗੁਰੂ ਹੈ ਉਹ ਐਸੇ ਹੈ ਜਿਨ੍ਹਾਂ ਨੇ ਮੈਨੂੰ ਬ੍ਰਹਮ ਵਿੱਦਿਆ, ਇਸੇ ਤਰ੍ਹਾਂ ਆਤਮਿਕ ਸ਼ਾਂਤੀ, ਬ੍ਰਹਮ ਗਿਆਨ ਅਤੇ ਸੁੱਖ ਰੂਪੀ ਜਿਹੜੇ ਚਾਰ ਸ੍ਰੇਸ਼ਟ ਫਲ ਹੈ ਉਹ ਦਿੱਤੇ ਹਨ ਮੇਰੇ ਗੁਰੂ ਨੇ। ਦਾਇਕ ਕਹੀਏ ਦੇਣ ਵਾਲੇ ਹਨ। ਮਾਨ ਸਿੰਘ ਗੁਰ ਕੇ ਸਦਾ, ਐਸੇ ਕਹਿੰਦੇ ਆਪਣੇ ਗੁਰੂ ਵਿੱਦਿਆ ਗੁਰੂ ਮਾਨ ਸਿੰਘ ਜੀ ਦੇ ਸਦਾ ਹਮੇਸ਼ਾ ਹੀ ਬੰਦੋਂ ਪਾਦ ਉਦਾਰ। ਉਹਨਾਂ ਦੇ ਕਹਿੰਦੇ ਜਿਹੜੇ ਪਾਦਕ ਚਰਨ ਹੈ ਉਦਾਰ ਬੜੇ ਸ੍ਰੇਸ਼ਟ, ਉਹਨਾਂ ਦੇ ਬੰਦੋ ਕਹੀਏ ਮੈਂ ਨਮਸਕਾਰ ਕਰਦਾ ਹਾਂ। ਵਿੱਦਿਆ ਸਾਂਤ ਸੋ ਗਿਆਨ ਸੁਖ, ਦਾਇਕ ਫਲ ਸੋ ਵਿਚਾਰ। ਵਿੱਦਿਆ ਦੇਣ ਵਾਲੇ ਮੇਰੇ ਗੁਰੂ ਕਹਿੰਦੇ ਬੜੇ ਵਿੱਦਿਆ, ਜਿਨ੍ਹਾਂ ਨੇ ਮੈਨੂੰ ਵਿੱਦਿਆ, ਸ਼ਾਂਤੀ, ਸ੍ਰੇਸ਼ਟ ਗਿਆਨ, ਪਰਮ ਸੁੱਖ, ਸ੍ਰੇਸ਼ਟ ਚਾਰ ਫਲ, ਜਿਨ੍ਹਾਂ ਨੇ ਦਾਇਕ ਕਹੀਏ ਦਿੱਤੇ ਹੈ, ਦੇਣ ਵਾਲੇ ਹਨ ਮੇਰੇ ਐਸੇ ਗੁਰੂ। ਐਸੇ ਗੁਰੂ ਮਾਨ ਸਿੰਘ ਦੇ ਮੈਂ ਸਦਾ ਬੰਦੋ ਪਾਦ ਉਦਾਰ। ਜਿਹੜੇ ਪਾਦ ਚਰਨ ਹਨ ਉਦਾਰ ਕਹੀਏ ਸ੍ਰੇਸ਼ਟ, ਉਹਨਾਂ ਉੱਪਰ ਬੰਦੋ ਮੈਂ ਨਮਸਕਾਰ ਕਰਦਾ ਹਾਂ। ਅੱਗੇ ਕਵੀ ਜੀ ਇਸ ਭਾਵ ਰਸਾਮ੍ਰਿਤ ਗ੍ਰੰਥ ਦੇ ਪੜ੍ਹਨ ਦਾ ਜਿਹੜਾ ਹੈ ਫਲ ਦੱਸਦੇ ਹੈ, ਅਤੇ ਵਿਚਾਰਨ ਦਾ ਫਲ ਦੱਸਦੇ ਵੀ ਜਿਹੜੇ ਇਹਨੂੰ ਵਿਚਾਰਨਗੇ, ਪੜ੍ਹਨਗੇ ਧਿਆਨ ਦੇ ਕੇ, ਉਹਨਾਂ ਨੂੰ ਕੀ ਪ੍ਰਾਪਤ ਹੋਊਗਾ। ਕਹਿ ਰਹੇ ਹਨ ਦੋਹਰਾ ਕੰਠ ਅਚੇਜ ਦੁੱਖ ਮਿਟੇ, ਪਾਵੈ ਸੁਖ ਉਦਾਰ। ਜਹ ਇੱਥੋਂ ਅਰਥ ਚੁੱਕਣ ਵਾਸਤੇ, ਜਹ ਕਹੀਏ ਜਿਸ ਇਹ ਅੰਮ੍ਰਿਤ ਰਸ ਨਾਲ ਭਰੇ, ਅੰਮ੍ਰਿਤ ਰਸ ਨਾਲ ਭਰੇ ਇਹ
ਜੋ ਭਾਵ ਰਸ ਅੰਮ੍ਰਿਤ ਗ੍ਰੰਥ ਹੈ। ਇਹਦੇ ਸਿਧਾਂਤ ਨੂੰ ਕੰਠ ਕਹੀਏ ਗਲੇ, ਗਲੇ ਦੁਆਰਾ ਅਚੇ ਕਹੀਏ ਪੀਣਾ ਕਰੇਗਾ, ਛਕਣਾ ਕਰੇਗਾ, ਦੁੱਖ ਮਿਟੇ। ਉਸ ਦੇ ਸੰਸਾਰ ਦੇ ਸਾਰੇ ਜਿਹੜੇ ਦੁੱਖ ਹੈ ਨਾ, ਜਿੰਨੇ ਵੀ, ਉਹ ਮਿਟ ਜਾਣਗੇ। ਮਿਟੇ ਕਹੀਏ ਮਿਟ ਜਾਣਗੇ। ਪਾਵੈ ਸੁਖ ਉਦਾਰ, ਅਤੇ ਉਹ ਉਦਾਰ ਬਹੁਤ ਸ੍ਰੇਸ਼ਟ ਸੁੱਖ ਪ੍ਰਾਪਤ ਕਰ ਲਵੇਗਾ, ਸदैवी ਸੁੱਖ ਪ੍ਰਾਪਤ ਕਰ ਲਵੇਗਾ। ਇਸੇ ਪ੍ਰਕਾਰ ਕੰਠ ਅਚੇਜੈ ਦੁੱਖ ਮਿਟੇ, ਭਾਵ ਜਹ ਇਹ ਉਹ ਗ੍ਰੰਥ ਹੈ ਜਹ ਕਹੀਏ ਜਿਸ ਭਾਵ ਰਸ ਅੰਮ੍ਰਿਤ ਗ੍ਰੰਥ। ਭਾਵ ਅੱਗੇ ਪਿੱਛੇ ਦਾ ਅਰਥ ਕੀਤਾ ਹੀ ਹੈ। ਪ੍ਰੇਮ ਰਸ ਦੇ ਅੰਮ੍ਰਿਤ ਨਾਲ ਭਰਿਆ ਹੋਇਆ ਇਹ ਭਾਵ ਰਸ ਅੰਮ੍ਰਿਤ ਗ੍ਰੰਥ ਹੈ। ਇਸ ਦਾ ਜਿਹੜਾ ਸਿਧਾਂਤ ਹੈ, ਇਸ ਦੇ ਸਿਧਾਂਤ ਨੂੰ ਜਿਹੜੇ ਕੰਠ ਅਚੇ ਕਹੀਏ, ਕੰਠ ਨਾਮ ਹੈ ਹਿਰਦੇ ਦਾ, ਜਿਹੜੇ ਹਿਰਦੇ ਵਿੱਚ ਅਚੇ ਕਹੀਏ ਛਕਣਾ ਕਰੇਗਾ, ਧਾਰਨ ਕਰੇਗਾ, ਉਹਨੂੰ ਫਲ ਕੀ ਹੋਊਗਾ? ਦੁੱਖ ਮਿਟੇ। ਉਹਦੇ ਸਾਰੇ ਜੰਮਣ ਮਰਨ ਦੇ ਦੁੱਖ, ਸਰੀਰਕ ਦੁੱਖ, ਬਾਣੀ ਦੇ ਦੁੱਖ, ਮਨ ਦੇ ਦੁੱਖ, ਸਾਰੇ ਹੀ ਉਹਦੇ ਦੁੱਖ ਮਿਟੇ ਕਹੀਏ ਮਿਟ ਜਾਣਗੇ। ਪਾਵੈ ਸੁਖ ਉਦਾਰ, ਅਤੇ ਉਹ ਸ੍ਰੇਸ਼ਟ ਸੁੱਖ, ਪਰਮ ਸੁੱਖ, ਉਦਾਰ ਕਹੀਏ ਉਦਾਰ ਸੁੱਖ ਪ੍ਰਾਪਤ ਕਰ ਲਵੇਗਾ। ਭਾਵ ਰਸ ਅੰਮ੍ਰਿਤ ਗ੍ਰੰਥ ਯਹ, ਯਹ ਦਾ ਅਰਥ ਇਹ ਜੋ ਭਾਵ ਰਸ ਅੰਮ੍ਰਿਤ ਗ੍ਰੰਥ ਹੈ, ਭਾਵਨਾ ਪ੍ਰੇਮ ਦਾ, ਪ੍ਰੇਮ ਦੇ ਰਸ ਦੇ ਨਾਲ ਭਰਿਆ ਹੋਇਆ ਇਹ ਅੰਮ੍ਰਿਤ ਰੂਪੀ ਗ੍ਰੰਥ ਜਿਹੜਾ ਹੈ, ਜਾਂ ਭਾਵ ਰਸ ਕਹੀਏ ਪ੍ਰੇਮ ਦੇ ਰਸ ਨੂੰ ਦੇਣ ਵਾਲਾ, ਅੰਮ੍ਰਿਤ ਕਹੀਏ ਅੰਮ੍ਰਿਤ ਰੂਪੀ ਬਚਨਾਂ ਦਾ ਜੋ ਇਹ ਗ੍ਰੰਥ ਹੈ, ਕਹਿੰਦੇ ਭਾਖੋਂ ਹਰ ਉਰ ਧਾਰ। ਪਰਮਾਤਮਾ ਨੂੰ, ਹਰ ਦਾ ਅਰਥ ਪਰਮਾਤਮਾ ਨੂੰ, ਔਰ ਧਾਰ, ਮੈਂ ਆਪਣੇ ਔਰ ਹਿਰਦੇ ਦੇ ਵਿੱਚ ਧਾਰਨ ਕਰਕੇ, ਧਾਰ ਦਾ ਅਰਥ ਧਾਰਨ ਕਰਕੇ, ਧਾਰ ਦਾ ਅਰਥ ਪਰਮੇਸ਼ਰ ਦੇ, ਔਰ ਧਾਰ ਕਿਉਂਕਿ ਹਰ ਮੁਕਤੀ ਅੱਖਰ ਚੋਂ ਐੜਾ ਨਿਕਲਦਾ, ਔਰ ਧਾਰ ਦੇ ਵਿੱਚੋਂ ਅਰਾਰੇ ਚੋਂ ਐੜਾ ਨਿਕਲ ਗਿਆ, ਆਧਾਰ ਹੋ ਗਿਆ। ਔਰ ਹਿਰਦੇ ਵਿੱਚ ਪਹਿਲਾ ਅਰਥ ਧਾਰ ਤੋਂ ਧਾਰਨ ਕਰਕੇ, ਫਿਰ ਔਰ ਆਧਾਰ, ਭਾਵ ਉਸ ਪਰਮੇਸ਼ਰ ਦੇ ਮੈਂ ਆਧਾਰ ਪਰਾਇਣ ਹੋ ਕੇ ਇਹ ਭਾਵ ਰਸ ਅੰਮ੍ਰਿਤ ਗ੍ਰੰਥ ਨੂੰ ਭਾਖੋਂ ਕਹੀਏ ਉਚਾਰਨ ਕਰਦਾ ਹਾਂ। ਅੱਗੇ ਦੀਰਘ ਤ੍ਰਿਭੰਗੀ ਛੰਦ। ਦੀਰਘ ਦਾ ਅਰਥ ਲੰਬਾ ਹੁੰਦਾ ਹੈ, ਲੰਬੇ। ਇਹ ਤ੍ਰਿਭੰਗੀ ਛੰਦ ਨੂੰ ਇੱਕ ਪਦਵੀ ਦਿੱਤੀ ਹੋਈ ਹੈ, ਅਤੇ ਤ੍ਰਿਭੰਗੀ ਇਹ ਛੰਦ ਹੈ। ਤ੍ਰਿਭੰਗੀ ਛੰਦ ਵਿੱਚ 32 ਮਾਤਰਾ ਮੰਨੀਆਂ ਪਿੰਗਲ ਵਾਲਿਆਂ ਨੇ। 3 ਥਾਈਂ 'ਚ ਭੰਗ ਪੈਂਦੀ ਹੈ। ਉਹ ਤਿੰਨਾਂ ਸ਼ਬਦਾਂ ਦੇ ਸੁਮੇਲ ਨੂੰ ਜਿਹੜਾ ਤ੍ਰਿਭੰਗੀ ਛੰਦ ਕਿਹਾ ਜਾਂਦਾ ਹੈ। ਜਿਵੇਂ ਬਚਿੱਤਰ ਨਾਟਕ 'ਚ ਵੀ ਆਉਂਦਾ ਹੈ, ਖਗ ਖੰਡ ਬਿਹੰਡੰ ਖਲਦਲ ਖੰਡੰ ਆਤਰਣ ਮੰਡੰ ਬਰਬੰਡੰ। ਇੱਕ ਤੁਕ ਦੇ ਵਿੱਚ 3 ਵਿਸ਼ਰਾਮ ਆਉਂਦੇ ਹੈ, ਅਤੇ 3 ਤ੍ਰਿਭੰਗੀ। ਖਗ ਖੰਡ ਬਿਹੰਡੰ 3 ਅੱਖਰ ਹੋ ਗਏ, ਖਲਦਲ ਖੰਡੰ ਫਿਰ 3 ਅੱਖਰ ਸ਼ਬਦ ਹੋ ਗਏ, ਆਤਰਣ ਮੰਡੰ ਫਿਰ 3 ਸ਼ਬਦ ਹੋ ਗਏ, ਬਰਬੰਡੰ ਪਿੱਛੇ ਅੰਤ ਨੂੰ ਇਹ ਗੁਰ ਹੁੰਦਾ ਹੈ। ਇਸ ਤਰ੍ਹਾਂ ਇਹਨੂੰ ਕਿਹਾ ਜਾਂਦਾ ਹੈ ਤ੍ਰਿਭੰਗੀ ਛੰਦ। ਇਹਦਾ ਹੋਰ ਵੀ ਜਿਹੜਾ ਕੋਈ ਪਿੰਗਲ ਪੜ੍ਹਿਆ ਉਹਨਾਂ ਨੂੰ ਇਹਦਾ ਪਤਾ ਹੁੰਦਾ ਹੈ। ਅੱਗੇ ਸ਼੍ਰੀ ਰਾਮ ਚੰਦਰ ਭਗਵਾਨ ਜੀ ਦੇ
ਕੌਤਕ ਦੱਸਦੇ ਹੋਏ ਕਵੀ ਸਾਹਿਬ ਜੀ ਹੁਣ ਤ੍ਰਿਭੰਗੀ ਛੰਦ ਦੇ ਵਿੱਚ ਲਿਖ ਰਹੇ ਹੈ। ਔਦ ਵਿਲਾਸੀ ਸੁਤੇ ਪ੍ਰਕਾਸੀ। ਔਦ ਵਿਲਾਸੀ, ਔਦ ਕਹੀਏ ਅਯੁੱਧਿਆ, ਵਿਲਾਸੀ ਕਹੀਏ ਕੌਤਕ, ਸੁਤੇ ਕਹੀਏ ਸੁਤੇ ਸਿੱਧ ਹੀ, ਪ੍ਰਕਾਸ਼ੀ ਪ੍ਰਕਾਸ਼ ਰੂਪ। ਕਹਿੰਦੇ ਜੋ ਸ਼੍ਰੀ ਰਾਮ ਚੰਦਰ ਭਗਵਾਨ ਜੀ ਔਦ ਅਯੁੱਧਿਆ ਦੇ ਵਿੱਚ ਵਿਲਾਸੀ ਵਿਲਾਸ ਕੌਤਕ ਕਰਦੇ ਰਹੇ, ਸੁੱਤੇ ਪ੍ਰਕਾਸ਼ੀ, ਅਤੇ ਸੁੱਤੇ ਹੀ ਜੋ ਪ੍ਰਕਾਸ਼ੀ ਕਹੀਏ ਪ੍ਰਕਾਸ਼ ਰੂਪ ਸਨ। ਗਿਆਨ ਨਿਵਾਸੀ, ਅਤੇ ਗਿਆਨ ਦੇ ਵਿੱਚ ਨਿਵਾਸੀ ਨਿਵਾਸ ਰੱਖਣ ਵਾਲੇ, ਭਾਵ ਬਹੁਤ ਗਿਆਨਵਾਨ ਸਨ। ਦਾਨ ਰਤੇ, ਅਤੇ ਦਾਨ ਕਰਨ ਵਿੱਚ ਜਿਨ੍ਹਾਂ ਦੀ ਰਤੇ ਕਹੀਏ ਬਹੁਤ ਪ੍ਰੀਤੀ ਹੈ। ਰਤੇ ਕਹੀਏ ਜੋ ਦਾਨ ਕਰਨ ਵਿੱਚ ਰਤੇ ਰਹਿੰਦੇ ਹੈ, ਮਿਲੇ ਰਹਿੰਦੇ ਸਨ। ਰਾਜ ਜਿਹਾਸੀ, ਫੂਲ ਫਲਾਸੀ। ਫਿਰ ਅੱਗੇ ਹੋਰ ਦੱਸਦੇ, ਜਿਨ੍ਹਾਂ, ਜਿਹਦਾ ਅਰਥ ਜਿਨ੍ਹਾਂ ਨੇ, ਫਿਰ ਜਿਨ੍ਹਾਂ ਨੇ ਅਯੁੱਧਿਆ ਦੇ ਰਾਜ ਭਾਗ ਨੂੰ, ਰਾਜ ਦਾ ਅਰਥ ਰਾਜ ਭਾਗ, ਜਿਨ੍ਹਾਂ ਨੇ ਅਯੁੱਧਿਆ ਦੇ ਰਾਜ ਭਾਗ ਨੂੰ ਹਾਸੀ ਕਹੀਏ ਹੱਸ ਕੇ, ਹਾਸੇ ਸਮਝ ਕੇ, ਹਾਸਾ ਹੀ ਸਮਝ ਕੇ ਠੁਕਰਾ ਦਿੱਤਾ ਸੀ। ਭਾਵ ਪਿਤਾ ਜੀ ਦੀ ਆਗਿਆ ਜਦੋਂ ਹੋਈ, ਮਾਤਾ ਨੇ ਈਰਖਾ ਕੀਤੀ, ਮਤਰੇਈ ਨੇ, ਕੇਕਈ ਨੇ, ਅਤੇ 14 ਸਾਲ ਦਾ ਬਨਵਾਸ ਹੋ ਗਿਆ। ਉਹ ਪਿਤਾ ਦੇ ਬਚਨ ਦਸ਼ਰਥ ਦੇ ਮੰਨ ਕੇ 14 ਸਾਲ ਦਾ ਬਨਵਾਸ ਲੈ ਕੇ ਤੁਰ ਪਏ ਸਨ। ਦੂਜੀ ਕੋਈ ਗੱਲ ਨਹੀਂ ਸੀ ਆਖੀ। ਬਹੁਤ ਮਰਿਆਦਾ ਪੁਰਸ਼ੋਤਮ ਸਨ, ਜੋ ਕਹਿੰਦੇ ਉੱਤੇ ਪੂਰੇ ਰਹਿੰਦੇ ਸੀ। ਮਰਿਆਦਾ ਬੜੀ ਉਹਨਾਂ ਨੇ ਮੰਨ ਕੇ ਰੱਖੀ। ਉਹਨਾਂ ਦਾ ਨਾਮ ਮਰਿਆਦਾ ਪੁਰਸ਼ੋਤਮ ਪਾਇਆ ਹੋਇਆ। ਬਹੁਤ ਮਰਿਆਦਾ ਪੁਰਸ਼ੋਤਮ ਸਨ, ਬਚਨ ਕਰਕੇ ਨਹੀਂ ਸੀ ਮੁੱਕਰਦੇ ਰਾਮ ਚੰਦਰ ਭਗਵਾਨ ਜੀ। ਅਤੇ ਵੇਖ ਲਓ ਵੀ 14 ਸਾਲ ਦਾ ਬਨਵਾਸ ਲੈ ਕੇ ਹੀ ਤੁਰ ਪਏ ਸਨ, ਅਤੇ ਰਾਜ ਨੂੰ ਜਿਨ੍ਹਾਂ ਨੇ ਹੱਸ ਕੇ ਹੀ ਹਾਸਾ ਮਖੌਲ ਸਮਝ ਕੇ ਠੁਕਰਾ ਦਿੱਤਾ ਸੀ। ਮੂਲ ਫਲਾਸੀ, ਅਤੇ ਮੂਲ ਜਿਹੜੇ ਧਰਤੀ ਵਿੱਚ ਹੋਣ ਵਾਲੇ ਹੈ, ਜਿਵੇਂ ਗਾਜਰ, ਮੂਲੀਆਂ, ਸ਼ਕਰਕੰਦੀ, ਆਲੂ ਆਦਿਕ, ਇਹਨੂੰ ਮੂਲ ਕਿਹਾ ਜਾਂਦਾ ਹੈ। ਅਤੇ ਫਲ ਫਲਾਸੀ, ਫਲਾਂ ਦਾ ਇੱਥੇ ਅਰਥ ਹੈ ਜਿਹੜੇ ਬ੍ਰਿਸ਼ਾਂ ਨੂੰ ਉੱਪਰ ਲੱਗਦੇ ਬਾਰ ਬਾਰ ਧਰਤੀ ਤੋਂ, ਸੇਬ, ਅੰਬ, ਅਮਰੂਦ, ਜਾਮਨ, ਕਈ ਕੁਝ ਉੱਪਰ ਲੱਗਦੇ ਹੈ, ਅੰਗੂਰ ਅੰਗਾਰ ਆਦਿਕ, ਇਹ ਫਲ ਹੁੰਦੇ ਹੈ। ਭਾਵ ਜਿਸ ਰਾਮ ਚੰਦਰ ਜੀ ਨੇ ਉੱਥੇ ਜੰਗਲਾਂ ਦੇ ਵਿੱਚ ਮੂਲ ਖਾ ਕੇ, ਜੋ ਧਰਤੀ ਵਿੱਚ ਹੁੰਦੇ ਹੈ ਪਦਾਰਥ, ਅਤੇ ਫਲ ਜਿਹੜੇ ਭਾਵ ਜ਼ਮੀਨ 'ਚ ਹੁੰਦੇ ਉਹਨੂੰ ਮੂਲ ਕਿਹਾ ਜਾਂਦਾ, ਅਤੇ ਫਲ ਆਦਿ ਖਾਣੇ ਕੀਤੇ। ਤਰ ਤਲ ਵਾਸੀ, ਅਤੇ ਤਰ ਨਾਮ ਰੁੱਖਾਂ ਦਾ, ਤਲ ਕਹੀਏ ਹੇਠਾਂ। ਜੋ ਸ਼੍ਰੀ ਰਾਮ ਚੰਦਰ ਭਗਵਾਨ ਮਹਿਲਾਂ 'ਚ ਸੌਣ ਵਾਲੇ, ਉਹ ਤਰ ਤਲ ਵਾਸੀ। ਰੁੱਖਾਂ ਦੇ ਹੇਠਾਂ, ਤਲ ਕਹੀਏ ਹੇਠਾਂ, ਰੁੱਖਾਂ ਦੇ ਹੇਠਾਂ ਨਿਵਾਸ ਕੀਤਾ। ਵੀਰ ਮੱਤੇ, ਇਹ ਮੱਤੇ ਪਾਠ ਕੱਸ ਕੇ, ਰੱਤੇ ਪਾਠ ਵੀ ਕੱਸ ਕੇ ਕਰਨਾ। ਅਤੇ ਸਦਾ ਹੀ ਵੀਰ ਕਹੀਏ ਸੂਰਮਤਾਈ ਵਿੱਚ, ਸੂਰਬੀਰਤਾ ਵਿੱਚ ਹੀ ਮੱਤੇ ਮਸਤ ਰਹਿੰਦੇ ਸਨ। ਕਰਬੂਰ ਬਿਨਾਸੀ ਕਾਨਨ ਵਾਸੀ, ਕਰਬੂਰ ਜਿਹੜੇ ਦੈਂਤ, ਦੈਂਤਾਂ ਨੂੰ ਬਿਨਾਸੀ ਕਹੀਏ ਨਾਸ ਕਰਨ ਵਾਲੇ ਹਨ। ਕਾਨਨ ਵਾਸੀ, ਜੰਗਲਾਂ ਵਿੱਚ ਜਿਨ੍ਹਾਂ ਨੇ ਵਾਸੀ ਕਹੀਏ ਵਸਣਾ ਕੀਤਾ ਹੈ। ਲੰਕ ਵਿਨਾਸੀ, ਫਿਰ ਜਿਹੜੀ ਲੰਕਾ ਹੈ, ਜੋ ਲੰਕਾਪਤੀ ਰਾਵਣ ਅਤੇ ਲੰਕਾ ਸੀ, ਉਹਦੇ ਵਿੱਚ ਰਹਿੰਦਾ ਸੀ ਲੰਕਾਪੁਰੀ, ਉਹਦਾ ਵਿਨਾਸੀ ਕਹੀਏ ਨਾਸ ਕੀਤਾ ਹੈ। ਵਾਕ ਸੱਤੇ,
ਜਿਨ੍ਹਾਂ ਦੇ ਵਾਕ ਬਚਨ ਵੀ ਸੱਤੇ ਕਹੀਏ ਸੱਚੇ ਹਨ, ਪਰ ਜੋ ਕਹਿ ਦਿੱਤਾ ਉੱਤੇ ਰਹਿੰਦੇ ਸੀ। ਅੱਜ ਜਦੋਂ ਭੀਖਣ ਦੇ ਲੱਤ ਮਾਰੀ ਹੈ ਰਾਵਣ ਨੇ, ਸਮਝਾਉਂਦਿਆਂ ਹੀ ਭੀਖਣ ਨੇ ਸਮਝਾਇਆ ਵੀ ਤੂੰ ਸ਼ਰਨੀ ਪੈ ਜਾ, ਰਾਮਚੰਦਰ ਭਗਵਾਨ ਦੇ ਉਸ ਸਮੇਂ ਦੇ ਅਵਤਾਰ ਹੈ। ਉਹ ਨਹੀਂ ਮੰਨਿਆ, ਸਗੋਂ ਲੱਤ ਮਾਰੀ। ਵੈਰੀ ਦੀ ਤੂੰ ਹਿੰਮਤ ਕਰਦਾ ਹੈ ਮੇਰੇ ਕੋਲ ਰਹਿ ਕੇ, ਅਤੇ ਲੱਤ ਮਾਰ ਕੇ ਕੱਢ ਦਿੱਤਾ ਸੀ। ਅਤੇ ਭੀਖਣ ਜਦੋਂ ਸ਼੍ਰੀ ਰਾਮਚੰਦਰ ਭਗਵਾਨ ਜੀ ਨੂੰ ਮਿਲਣ ਵਾਸਤੇ ਆਇਆ ਸੀ ਤਾਂ ਸ਼੍ਰੀ ਰਾਮਚੰਦਰ ਜੀ ਨੇ ਕਿਹਾ ਸੀ, ਆਓ ਲੰਕੇਸ਼, ਕਿ ਲੰਕਾ ਦੇ ਰਾਜੇ ਆਓ, ਲੰਕੇਸ਼, ਲੰਕਾ ਦੇ ਰਾਜੇ ਆਓ। ਭੀਖਣ ਜੀ ਨੇ ਰਾਮ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਕਹਿੰਦੇ ਮਹਾਰਾਜ ਮੈਂ ਕਿੱਥੋਂ ਲੰਕੇਸ਼ ਹੋ ਗਿਆ? ਕਹਿੰਦੇ ਕੋਈ ਨਹੀਂ, ਹੋ ਗਿਆ ਹੈ। ਜਦੋਂ ਸ਼੍ਰੀ ਰਾਮਚੰਦਰ ਭਗਵਾਨ ਜੀ ਨੇ ਫਿਰ ਰਾਵਣ ਨੂੰ ਮਾਰ ਦਿੱਤਾ ਤਾਂ ਲੰਕਾ ਦਾ ਰਾਜ ਜਿਹੜਾ ਜਿੱਤ ਕੇ ਭੀਖਣ ਨੂੰ ਦੇ ਦਿੱਤਾ ਸੀ, ਅਤੇ ਆਪਣੇ ਕਹੇ ਬਚਨ ਸਤ ਕਰਕੇ ਵਿਖਾਏ। ਉਹ ਭਗਤ ਨਾਮਦੇਵ ਜੀ ਕਹਿੰਦੇ ਨੇ, ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਵਿਭੀਖਣ ਆਪਿਓ ਹੋ। ਇਸ ਤਰ੍ਹਾਂ ਕਵੀ ਜੀ ਕਹਿ ਰਹੇ, ਲੰਕ ਵਿਨਾਸ਼ੀ, ਲੰਕਾ ਦਾ ਨਾਸ਼ ਕਰਨ ਵਾਲੇ ਹਨ। ਵਾਕ ਸੱਤੇ, ਜਿਨ੍ਹਾਂ ਦੇ ਵਾਕ ਬਚਨ ਵੀ ਬਹੁਤ ਸੱਚੇ ਹਨ। ਜੈ ਜੈ ਰਘੁਨਾਇਕ ਜਨ ਸੁਖਦਾਇਕ, ਹੇ ਰਘੂਆਂ ਦੀ ਕੁਲ ਦੇ ਨਾਇਕ ਮਾਲਕ। ਸ਼੍ਰੋਮਣੀ ਸ਼੍ਰੀ ਰਾਮਚੰਦਰ ਭਗਵਾਨ ਜੀ, ਤੁਹਾਡੀ ਜੈ ਜੈ, ਤੁਹਾਡੀ ਜੈ ਜੈ ਹੋਵੇ, ਤੁਹਾਡੀ ਜੈਕਾਰ ਹੋਵੇ, ਤੁਹਾਡੀ ਜੈ ਫਤਿਹ ਹੋਵੇ, ਤੁਹਾਡੀ ਜੈ ਜਿੱਤ ਹੋਵੇ। ਜਨ ਸੁਖਦਾਇਕ, ਤੁਸੀਂ ਆਪਣੇ ਸੇਵਕਾਂ ਨੂੰ ਸੁੱਖ ਦੇਣ ਵਾਲੇ ਹੋ। ਸੁਖਦਾਇਕ ਕਹੀਏ, ਦਾਇਕ ਹੁੰਦਾ ਦੇਣ ਵਾਲੇ, ਸੁੱਖ ਦੇਣ ਵਾਲੇ ਹੋ ਜਾਂ ਸੁੱਖ ਕਰਨ ਵਾਲੇ ਹੋ ਆਪਣੇ ਸੇਵਕਾਂ ਨੂੰ। ਅਰ ਦਲ ਘਾਇਕ ਭੂਮ ਪਤੇ, ਔਰ ਜਿਹੜੇ ਵੈਰੀਆਂ ਦੁਸ਼ਮਣਾਂ ਦੇ ਦਲ ਹਨ, ਫੌਜਾਂ ਸੈਨਾ ਹੈ, ਉਹਨਾਂ ਨੂੰ ਘਾਇਕ ਕਹੀਏ, ਨਾਸ਼ ਕਰਨ ਵਾਲੇ ਹੋ। ਭੂਮ ਪਤੇ, ਅਤੇ ਧਰਤੀ, ਭੂਮ ਕਹੀ ਦਾ ਧਰਤੀ, ਧਰਤੀ ਦੇ ਪਤੇ ਕਹੀਏ, ਪਤੀ ਮਾਲਕ ਹੋ, ਰਾਜੇ ਹੋ। ਰਿਖ ਨਾਰ ਉਧਾਰੀ ਸਵਰੀ ਤਾਰੀ, ਹੇ ਸ਼੍ਰੀ ਰਾਮਚੰਦਰ ਭਗਵਾਨ ਜੀ। ਇਸੇ ਤਰ੍ਹਾਂ ਪਿਛਲਾ ਜਿਹੜਾ ਤਰਭੰਗੀ ਛੰਦ ਹੈ ਉਹਦੇ ਵਿੱਚ ਜਿਹੜੀ ਤੁਕ ਹੈ, ਰਾਜ ਜੇ ਹਾਸੀ ਮੂਲ ਫਲਾਸੀ। ਕਈ ਪੋਥੀਆਂ ਵਿੱਚ ਇਹਦਾ ਪਾਠ ਇਸ ਤਰ੍ਹਾਂ ਵੀ ਆਉਂਦਾ ਹੈ, ਤਜ ਰਾਜ ਜਿਹਾ ਸੀ, ਉੱਥੇ ਜੇ ਹਾਸੀ ਨੇ, ਇੱਥੇ ਜਿਹਾ ਸੀ, ਅਤੇ ਮੂਲ ਫਲਾਸੀ, ਸੂਰ ਹੁਲਾਸੀ ਬੀਰ ਮਤੇ। ਉਹਦਾ ਅਰਥ ਇਵੇਂ ਕਿ ਰਾਜ ਜਿਹੜਾ ਸੀ, ਜਿਨ੍ਹਾਂ ਨੇ ਰਾਜ ਜਿਹਾ ਸੀ, ਜਿਨ੍ਹਾਂ ਨੇ ਰਾਜ ਜਿਹੜਾ ਭਾਗ ਤਜ ਕਹੀਏ ਛੱਡ ਦਿੱਤਾ, ਅਤੇ ਮੂਲ ਫਲਾਸੀ, ਕੰਧ ਮੂਲ ਫਲ ਆਦਿ ਖਾ ਕੇ ਗੁਜ਼ਾਰਾ ਕੀਤਾ, ਅਤੇ ਜੋ ਸੂਰਮੇ ਹੁਲਾਸੀ, ਬੜੇ ਸੂਰਬੀਰ ਹੁਲਾਸੀ ਆਨੰਦ ਵਿੱਚ ਰਹਿਣ ਵਾਲੇ ਸਨ। ਬੀਰ ਮਤੇ, ਸੂਰਬੀਰਤਾ ਵਿੱਚ ਮਤੇ ਕਹੀਏ ਮਸਤ ਰਹਿੰਦੇ ਸਨ। ਇਵੇਂ ਉਹ ਤੁਕ ਦਾ ਦੂਸਰਾ ਪਾਠ ਹੈ ਤਰਭੰਗੀ ਛੰਦ ਦੇ ਵਿੱਚ। ਮੁੱਖ ਰੂਪ ਵਿੱਚ ਰਾਜ ਜੇ ਹਾਸੀ, ਮੂਲ ਫਲਾਸੀ, ਤਰ ਤਲ ਵਾਸੀ, ਬੀਰ ਮਤੇ, ਇਹੀ ਹੈ ਮੁੱਖ ਪਾਠ। ਕਈ ਪੋਥੀਆਂ ਵਿੱਚ ਇਹ ਪਾਠ ਆਉਂਦਾ ਹੈ ਜੋ ਹੁਣੇ ਦੱਸਿਆ ਹੈ। ਰਿਖ ਨਾਰ ਉਧਾਰੀ ਸਵਰੀ ਤਾਰੀ, ਹੇ ਸ਼੍ਰੀ ਰਾਮਚੰਦਰ ਭਗਵਾਨ ਜੀ, ਤੁਸੀਂ ਰਿਖ ਜੋ ਰਿਖੀ ਸੀ, ਗੌਤਮ ਰਿਖੀ, ਉਹਦੀ ਨਾਰ ਕਹੀਏ ਇਸਤਰੀ ਅਹਿਲਿਆ, ਉਧਾਰੀ ਕਹੀਏ ਉਹਨੂੰ ਤਾਰਨਾ ਕੀਤਾ ਸੀ, ਉਹ ਤਾਰਨਾ ਕੀਤੀ ਸੀ, ਉਹਦਾ ਪਾਰ ਉਤਾਰਾ ਕੀਤਾ ਸੀ। ਫਿਰ ਸਵਰੀ ਤਾਰੀ, ਜਿਹੜੀ ਮਾਤਾ ਭੀਲਣੀ ਸੀ, ਉਹ ਵੀ ਤੁਸਾਂ ਨੇ ਤਾਰਨੀ ਕੀਤੀ। ਇਹ ਮਾਤਾ ਸਵਰੀ ਇਹਦੀ ਗੋਤੀ ਸੀ,
ਤੇ ਵਿਚਾਰੀ ਬੜੀ ਕਰੂਪਣੀ ਜੀ, ਬਦ ਸ਼ਕਲ, ਇੰਨੀ ਸੁੰਦਰ ਨਹੀਂ ਸੀ, ਬਜ਼ੁਰਗ ਹੋ ਗਈ ਸੀ। ਤੇ ਇਹਦਾ ਪਤੀ ਇਹਨੂੰ ਜੰਗਲ ਵਿੱਚ ਛੱਡ ਗਿਆ। ਇਹ ਪੰਪਾ ਸਰ ਦੇ ਕਿਨਾਰੇ ਰਹਿੰਦੀ ਸੀ। ਜਿਹੜਾ ਮਤੰਗ ਰਿਖੀ ਆ ਉਹਦਾ ਵੀ ਲਾਗੇ ਡੇਰਾ ਸੀ, ਬੜੇ ਰਿਖੀ ਰਹਿੰਦੇ ਸਨ, ਉੱਥੇ ਬੜੀ ਸੇਵਾ ਕਰਦੀ ਮਾਤਾ। ਉਹਨਾਂ ਨੇ ਵੀ ਬੜਾ ਕੁੱਟਿਆ ਸੀ। ਮਤੰਗ ਰਿਖੀ ਤੇ ਬ੍ਰਹਮ ਗਿਆਨੀ ਸੀ, ਜਿਹੜੇ ਦੂਸਰੇ ਰਿਖੀ ਸੀ ਉਹਨਾਂ ਨੇ ਮਾਤਾ ਨੂੰ ਬਹੁਤ ਕੁੱਟਿਆ ਸੀ, ਭੀਲਣੀ ਨੂੰ। ਇਹ ਵਿਚਾਰੀ ਕੁਟੀਆ ਜਿਹੀ ਰਹਿੰਦੀ ਸੀ ਉੱਥੇ। ਸ਼੍ਰੀ ਰਾਮ ਚੰਦਰ ਭਗਵਾਨ ਬਨਵਾਸ ਸਮੇਂ ਜਦੋਂ ਮਤੰਗ ਰਿਖੀ ਦੇ ਚੇਲੇ ਚਾਟੜੇ ਆਪਣੀ ਸਫਾਈਆਂ ਕਰਦੇ ਰਹੇ ਵੀ ਇੱਥੇ ਆਉਣਗੇ ਰਾਮ ਚੰਦਰ, ਕੋਈ ਕਹਿੰਦਾ ਮੇਰੀ ਕੁਟੀਆ 'ਚ, ਕੋਈ ਕਹਿੰਦਾ ਮੇਰੀ ਕੁਟੀਆ 'ਚ। ਰਾਮ ਚੰਦਰ ਭਗਵਾਨ ਉੱਧਰ ਨਹੀਂ ਗਏ, ਸਗੋਂ ਇਹਦੇ ਆਸ਼ਰਮ 'ਚ ਆ ਕੇ ਠਹਿਰ ਗਏ ਸਨ। ਤਦੋਂ ਇਸ ਕੋਲ ਬੇਰ ਆਦਿਕ ਸਨ, ਅਤੇ ਜਿਹੜੇ ਇਹਨੇ ਬੇਰ ਸ਼੍ਰੀ ਰਾਮ ਚੰਦਰ ਭਗਵਾਨ ਨੂੰ ਭੇਟਾ ਕੀਤੇ, ਉਹ ਖਾ ਕੇ ਭਗਵਾਨ ਬਹੁਤ ਖੁਸ਼ ਹੋਏ ਸੀ। ਅਤੇ ਰਾਮ ਚੰਦਰ ਜੀ ਭਗਵਾਨ ਜੀ ਵੱਲ ਦੇਖਦੇ ਰਹੇ ਸਨ। ਦੇਖਦਿਆਂ ਦੇਖਦਿਆਂ ਹੀ ਇਹ ਚਿਤਾ ਬਣ ਕੇ ਭਸਮ ਹੋ ਗਈ ਸੀ, ਇਹ ਮਾਤਾ ਭੀਲਣੀ। ਅਤੇ ਇਸ ਤਰ੍ਹਾਂ ਇਹ ਮਾਤਾ ਧਾਰੀ ਸੀ ਰਾਮ ਚੰਦਰ ਭਗਵਾਨ ਨੇ। ਤਾਂ ਕਹਿੰਦੇ ਸਵਰੀ ਧਾਰੀ, ਕਿ ਜੋ ਸਵਰੀ ਗੋਦ ਦੀ ਭਾਵ ਮਾਤਾ ਭੀਲਣੀ ਸੀ, ਉਹ ਵੀ ਹੇ ਭਗਵਾਨ ਤੁਸਾਂ ਨੇ ਤਾਰੀ ਕਹੀਏ ਧਾਰਨਾ ਕੀਤੀ ਹੈ। ਰਾਵਣ ਆਰੀ ਦੇਵਨ ਤੇ ਰਾਵਣ ਦੇ ਜਿਹੜੇ ਵੈਰੀ ਹੋਏ, ਰਾਵਣ ਆਰੀ ਭਾਵ ਆਪ ਜੀ ਰਾਵਣ ਦੇ ਆਰੀ ਕਹੀਏ ਵੈਰੀ ਵੈਰੀ ਹੋਏ। ਅਤੇ ਦੇਵਨ ਕਹੀਏ ਦੇਵਤਿਆਂ ਵਾਸਤੇ, ਦੇਵਨ ਤੇ ਦਾ ਅਰਥ ਵਾਸਤੇ, ਦੇਵਨ ਦਾ ਅਰਥ ਦੇਵਤੇ, ਦੇਵਤਿਆਂ ਵਾਸਤੇ ਰਾਵਣ ਆਰੀ। ਰਾਵਣ ਦੇ ਆਰੀ ਵੈਰੀ ਹੋ ਕੇ ਤੇ ਰਾਵਣ ਆਰੀ ਕੇ ਰਾਵਣ ਵੈਰੀ ਨੂੰ ਮਾਰਨਾ ਕੀਤਾ। ਇਸੇ ਤਰ੍ਹਾਂ ਦੇਵਨਤੇ ਪਾਠ ਵੀ ਹੈ ਕਿ ਰਾਵਣ ਦੇ ਆਪ ਆਰੀ ਵੈਰੀ ਹੋ, ਅਤੇ ਦੇਵ ਜਿਹੜੇ ਦੇਵਤਿਆਂ ਨਾਲ ਨਤੇ ਕਹੀਏ ਪ੍ਰੇਮ ਪਾਉਣ ਵਾਲੇ ਆਪ ਹੋਏ ਹੋ। ਸ਼ਿਵ ਚਾਂਪ ਬਿਦਾਰੀ ਸਾਗਰ ਤਾਰੀ। ਫਿਰ ਰਾਮ ਚੰਦਰ ਭਗਵਾਨ ਜੀ ਜਿਸ ਵੇਲੇ ਤੁਸੀਂ ਸੀਤਾ ਮਾਤਾ ਜੀ ਨੂੰ ਵਿਆਹੁਣ ਲਈ ਗਏ, ਤਦੋਂ ਉੱਥੇ ਸੀਤਾ ਮਾਤਾ ਨੇ ਸਵੰਬਰ ਰਚਿਆ ਹੋਇਆ ਸੀ। ਉਹ ਸਵੰਬਰ ਵੇਲੇ ਸ਼ਿਵ ਜੀ ਦੇ ਜਿਹੜਾ ਚਾਂਪ ਧਨਖ ਹੈ, ਉਹ ਧਨਖ ਨੂੰ ਤੁਸਾਂ ਨੇ ਚਾਂਪ ਕਹੀਏ ਧਨਖ ਨੂੰ ਬਿਦਾਰੀ ਕਹੀਏ ਨਾਸ ਕੀਤਾ। ਵਾਲਮੀਕ ਕਾਂਡ ਦੇ ਵਿੱਚ ਅਧਿਆਇ 67 ਵਿੱਚ ਇਹਦਾ ਪ੍ਰਸੰਗ ਥੋੜ੍ਹਾ ਆਉਂਦਾ ਐਵੇਂ ਕਿ ਜਿਹੜਾ ਸ਼ਿਵ ਜੀ ਸੀ ਉਸ ਨੇ ਰਾਜੇ ਦਕਸ਼ ਦਾ ਜਗ ਨਾਸ਼ ਕਰ ਦਿੱਤਾ ਸੀ। ਤਦੋਂ ਦੇਵਰਾਤ ਨਾਮਕ ਜਨਕ ਦੇ ਪਾਸ ਸ਼ਿਵ ਜੀ ਦੇ ਇਮਾਨਤ ਵਜੋਂ ਇਹ ਧਨਖ ਉਸ ਦੇ ਪਾਸ ਰੱਖਿਆ। ਉਹ ਧਨਖ ਇੰਨਾ ਭਾਰਾ ਸੀ ਕਿ ਉਸ ਨੂੰ ਜਦੋਂ ਇੱਧਰ ਉੱਧਰ ਕਰਨਾ ਪੈਂਦਾ ਅਤੇ 5000 ਆਦਮੀ ਲੱਗਦੇ ਸਨ। ਅਤੇ ਜਿਹੜੀ ਸੀਤਾ ਮਾਤਾ ਉਹ ਐਵੇਂ ਚੁੱਕ ਦਿੰਦੀ ਸੀ। ਫਿਰ ਜਨਕ ਰਾਜੇ ਦੀ ਇਹ ਸੀ ਕਿ ਮੈਂ ਉਸ ਨਾਲ ਸੀਤਾ ਦੀ ਸ਼ਾਦੀ ਕਰਾਂਗਾ ਜਿਹੜਾ ਇਸ ਧਨਖ ਨੂੰ ਚੁੱਕ ਦੇਗਾ, ਜਿਹੜਾ ਇਹ ਧਨਖ ਦੇ ਚਿੱਲੇ 'ਤੇ ਤੀਰ ਚੜ੍ਹਾਏਗਾ। ਅਤੇ ਇਹ ਪ੍ਰਤੱਗਿਆ ਕੀਤੀ ਹੋਈ ਸੀ ਉੱਧਰ ਜਨਕ ਨੇ ਵੀ। ਫਿਰ ਸ਼ਿਵ ਜੀ ਦੇ ਧਨਖ 'ਤੇ ਚਿੱਲਾ ਵੀ ਜੋ ਚੜ੍ਹਾਏਗਾ ਉਹ ਜਾਨਕੀ ਨੂੰ ਵਰੇਗਾ। ਜਾਨਕੀ ਕਹੀਏ ਜਨਕ ਰਾਜ ਦੀ ਪੁੱਤਰੀ ਸੀਤਾ। ਫਿਰ ਸ਼੍ਰੀ ਰਾਮ ਚੰਦਰ ਭਗਵਾਨ ਜੀ ਨੇ ਧਨਖ ਜਿਹੜਾ ਸੀ ਉਹਦੇ ਚਿੱਲਾ ਚੜ੍ਹਾਇਆ ਹੀ ਨਹੀਂ, ਬਲਕਿ ਖਿੱਚ ਕੇ 2 ਟੋਟੇ ਕਰ ਦਿੱਤੇ ਐਡੇ ਵੱਡੇ ਧਨਖ ਦੇ, ਜਿਹਨੂੰ 5000 ਜਾਣਾ ਚੁੱਕਦਾ ਸੀ। ਇਹ ਵੇਖ ਕੇ ਤੇ ਸਾਰੇ ਉੱਥੇ ਹੈਰਾਨ ਹੋ ਗਏ। ਰਾਵਣ ਵੀ ਉੱਥੇ ਹੀ ਸੀ ਉਦੋਂ। ਇਹ ਰਾਵਣ ਨੂੰ ਵੇਖ ਕੇ ਬੜੀ ਅੱਗ ਲੱਗੀ ਸੀ ਵੀ ਮੇਰੇ ਗੁਰੂ ਦਾ ਇਹਨੇ ਧਨਖ ਤੋੜਿਆ, ਮੈਂ ਬਦਲਾ ਲਊਂਗਾ। ਅਤੇ ਸੀਤਾ ਮਾਤਾ ਨੂੰ ਵੀ ਵਿਆਹੁਣ ਆਇਆ ਸੀ ਪਰ ਉਹਦੀ ਗੱਲ ਨਾ ਬਣੀ।
ਫਿਰ ਇਹ ਉੱਥੇ ਚਲਾ ਗਿਆ ਸੀ। ਸ਼ਿਵ ਚਾਂਪ ਵਿਦਾਰੀ, ਸ਼ਿਵ ਜੀ ਦਾ ਚਾਂਪ ਜਿਹੜਾ ਧਨਖ ਵਿਦਾਰੀ ਕਈ ਉਸ ਨੂੰ ਆਪ ਜੀ ਨੇ ਨਾਸ ਕੀਤਾ ਜਦੋਂ ਸੀਤਾ ਮਾਤਾ ਜੀ ਨੂੰ ਵਿਆਹੁਣ ਲਈ ਗਏ ਸਨ। ਸਾਗਰ ਤਾਰੀ, ਤੇ ਸਾਗਰ ਜੋ ਸਮੁੰਦਰ ਹੈ, ਸਮੁੰਦਰ ਤੋਂ ਹਨੂੰਮਾਨ ਵਰਗਿਆਂ ਨੂੰ ਤਾਰ ਦਿੱਤਾ। ਛਲਾਂਗ ਨਾਲ ਹੀ ਸਾਗਰ ਪਾਰ ਲੰਘ ਗਿਆ ਸੀ ਹਨੂੰਮਾਨ, ਇੰਨਾ ਤਾਕਤਵਰ ਕਰ ਦਿੱਤਾ। ਜਾਂ ਸਾਗਰ ਤਾਰੀ, ਸਮੁੰਦਰਾਂ ਦੇ ਉੱਪਰ ਆਪ ਜੀ ਨੇ ਤਾਰੀ ਪੱਥਰਾਂ ਨੂੰ ਤਾਰਨਾ ਕੀਤਾ। ਰਣ ਅਰ ਮਾਰੀ, ਰਣ ਕਹੀਦਾ ਯੁੱਧ ਨੂੰ, ਅਰ ਨਾਮ ਦੁਸ਼ਮਣ ਵੈਰੀ ਦਾ, ਮਾਰੀ ਕਹੀਏ ਮਾਰਨ ਵਾਲੇ ਹੋ। ਰਣ ਅਰ ਮਾਰੀ, ਯੁੱਧ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਮਾਰੀ ਮਾਰਨ ਵਾਲੇ ਹੋ। ਸੀਲ ਰੱਤੇ, ਸੀਲ ਜੋ ਸ਼ਾਂਤੀ ਹੈ, ਸਹਿਣਸ਼ੀਲਤਾ, ਇਹ ਸੁਭਾਅ ਵਿੱਚ ਆਪ ਜੀ ਰੱਤੇ ਕਹੀਏ ਰੰਗੇ ਹੋਏ ਹੋ, ਮਿਲੇ ਹੋਏ ਹੋ। ਸ਼ਰੁਤ ਕੁੰਡਲ ਧਾਰੀ, ਅਲਕੈ ਭਾਕਾਰੀ। ਹੁਣ ਉਹਨਾਂ ਦੇ ਸਰੂਪ ਬਾਰੇ ਦੱਸਦੇ ਹੈ ਕਿ ਆਪ ਜੀ ਨੇ ਕੀ ਧਾਰਨ ਕੀਤਾ ਹੈ। ਕਹਿੰਦੇ ਹੇ ਰਾਮਚੰਦਰ ਭਗਵਾਨ ਜੀ, ਤੁਸੀਂ ਸ਼ਰੁਤ ਕਹੀਏ ਕੰਨ, ਕੰਨਾਂ ਵਿੱਚ ਕੁੰਡਲ ਜਿਹੜੇ ਹੈ ਉਹ ਧਾਰਨ ਕੀਤੇ ਹੋਏ ਹਨ। ਅਲਕੈਕਾਰੀ, ਤੁਹਾਡੀਆਂ ਜਿਹੜੀਆਂ ਕੇਸਾਂ ਦੀਆਂ ਜ਼ੁਲਫਾਂ ਹੈ, ਅਲਕੈ ਸੋਹਣੇ ਨੱਕ ਜਿਨ ਲੰਮੜੇ ਵਾਲਾ, ਉਹ ਅਲਕਾਕਾਰੀ ਕਹੀਏ ਕਾਲੀਆਂ ਕਾਲੀਆਂ ਹਨ। ਆਬ ਨਿਆਰੀ ਰੂਪ ਅਤੇ, ਤੁਹਾਡੀ ਜਿਹੜੀ ਆਬ ਅਭੰਗ, ਆਪ ਦਾ ਅਰਥ ਹੁੰਦਾ ਸੋਭਾ, ਸੋਭਾ ਤੁਹਾਡੀ ਨਿਆਰੀ ਬਹੁਤ ਵੱਖਰੀ ਹੀ ਹੈ। ਰੂਪ ਅਤੇ, ਆਪ ਜੀ ਦਾ ਜਿਹੜਾ ਸਰੂਪ ਹੈ ਅਤੇ ਕਹੀਏ ਅਤਿਅੰਤ ਬਹੁਤ ਜ਼ਿਆਦਾ ਹੀ ਸੁੰਦਰ ਹੈ। ਸੋਹਣੇ ਨਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਜੈ ਜੈ ਰਗਨਾਇਕ ਜਨਨ ਸੁਖਦਾਇਕ, ਇੱਥੇ ਉਹੀ ਅਰਥ ਲੱਗਣਾ ਪਹਿਲਾਂ ਵਾਲਾ। ਰਗਨਾਇਕ ਰਾਘਵਾਂ ਦੀ ਕੁਲ ਦੇ ਨਾਇਕ, ਖਸਮ ਮਾਲਕ ਸ਼੍ਰੋਮਣੀ ਰਾਮਚੰਦਰ ਭਗਵਾਨ ਜੀ, ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ, ਤੁਹਾਡੀ ਜੈ ਜਿੱਤ ਹੋਵੇ। ਜਨਨ ਸੁਖਦਾਇਕ, ਆਪਣੇ ਜਨਾਂ ਸੇਵਕਾਂ ਨੂੰ ਸੁੱਖ ਦੇਣ ਵਾਲੇ ਹੋ। ਹਰ ਦਲ ਘਾਇਕ, ਭੂਮਿਪਤੇ ਅਤੇ ਵੈਰੀਆਂ ਦੇ ਦਲ ਫੌਜਾਂ ਸੈਨਾ ਨੂੰ ਘਾਇਕ ਨਾਸ ਕਰਨ ਵਾਲੇ ਹੋ। ਭੂਮਿਪਤੇ, ਧਰਤੀ ਦੇ ਪਤੇ, ਮਾਲਕ ਰਾਜੇ ਹੋ, ਪਤੀ ਹੋ। ਇਸ ਤਰ੍ਹਾਂ ਇੱਥੇ ਜਿਹੜੇ 7 ਛੰਦ ਹੈ ਉਹ ਆਪਣੇ ਹੋ ਚੁੱਕੇ ਹੈ। ਤਰਭੰਗੀ ਛੰਦ ਜਿਹੜਾ ਹੈ ਉਹ ਇੱਥੇ ਸਮਾਪਤ ਹੋ ਗਿਆ ਹੈ। ਅੱਗੇ ਜਿਵੇਂ ਸਵਈਆ ਆਵੇਗਾ ਉਹਦੀ ਆਪਾਂ ਵਿਚਾਰ ਸਰਵਣ ਕਰਾਂਗੇ। ਹੁਣ ਇੱਥੇ ਹੀ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।